ਜਦ ਮੇਰੀ ਕੁੜੀ ਪੈਦਾ ਹੋਈ ਤਾਂ ਇੱਕ ਆਦਮੀ ਸਾਡੇ ਦਰਵਾਜ਼ੇ 'ਤੇ ਆ ਕੇ ਕਹਿਣ ਲੱਗਿਆ ਕਿ ਇਹ ਬੱਚੀ ਬਹੁਤ ਮਨਹੂਸ ਹੈ। ਇਸ ਦੀ ਮਨਹੂਸੀਅਤ ਤੁਹਾਡੇ ਪੂਰੇ ਖਾਨਦਾਨ ਨੂੰ ਖਾ ਜਾਵੇਗੀ। ਜੇ ਇਸ ਨੂੰ 15 ਸਾਲ ਆਪਣੇ ਆਪ ਤੋਂ ਦੂਰ ਰੱਖਿਆ ਤਾਂ ਸ਼ਾਇਦ ਤੁਹਾਡਾ ਕੁਝ ਭਲਾ ਹੋ ਜਾਵੇ। ਮੇਰੇ ਸਹੁਰਾ ਸਾਹਿਬ ਤੁਰੰਤ ਇਹ ਗੱਲ ਸੁਣ ਕੇ ਬਹੁਤ ਪਰੇਸ਼ਾਨ ਹੋ ਗਏ ਤੇ ਮੇਰੀ ਗੋਦ ਵਿੱਚੋਂ ਬੱਚੀ ਨੂੰ ਖੋਹ ਕੇ ਉਸ ਸ਼ਖਸ ਨੂੰ ਦੇ ਦਿੱਤਾ ਤੇ ਕਿਹਾ ਕਿ ਜ਼ਿਆਦਾ ਵੱਡੀ ਹੋ ਜਾਵੇਗੀ ਤਾਂ ਤੂੰ ਸਾਨੂੰ ਵਾਪਸ ਕਰ ਜਾਵੀਂ। ਉਹ ਆਦਮੀ ਤੁਰੰਤ ਮੇਰੀ ਬੱਚੀ ਨੂੰ ਆਪਣੇ ਨਾਲ ਲੈ ਗਿਆ। ਮੈਂ ਬਹੁਤ ਰੋਈ ਗਿੜਗਿੜਾਈ, ਪਰ ਮੇਰੀ ਕਿਸੇ ਨੇ ਇੱਕ ਨਾ ਸੁਣੀ। ਮੇਰੇ ਪਤੀ ਜੋ ਕਿ ਵਿਦੇਸ਼ ਵਿੱਚ ਰਹਿੰਦੇ ਸਨ, ਉਹਨਾਂ ਨੂੰ ਦੱਸਿਆ ਗਿਆ ਕਿ ਬੱਚਾ ਮਰਿਆ ਹੋਇਆ ਪੈਦਾ ਹੋਇਆ ਹੈ। ਅੱਜ ਜਦ ਕਈ ਸਾਲਾਂ ਬਾਅਦ ਮੇਰੇ ਪਤੀ ਵਿਦੇਸ਼ ਤੋਂ ਆਪਣੀ ਦੂਜੀ ਪਤਨੀ ਨਾਲ ਘਰ ਵਾਪਸ ਆਏ ਤੇ ਜਦ ਮੇਰੀ ਨਜ਼ਰ ਉਹਨਾਂ ਦੀ ਪਤਨੀ ਦੇ ਨਿਸ਼ਾਨ 'ਤੇ ਪਈ ਤਾਂ ਮੇਰੀ ਜਾਨ ਨਿਕਲ ਗਈ, ਕਿਉਂਕਿ ਇਹ ਤਾਂ ਉਹੀ ਨਿਸ਼ਾਨ ਸਨ ਜੋ ਕਈ ਸਾਲ ਪਹਿਲਾਂ ਮੇਰਾ ਨਾਮ ਅੰਜਲੀ ਹੈ। ਮੇਰਾ ਵਿਆਹ ਬਚਪਨ ਵਿੱਚ ਹੀ ਮੇਰੇ ਪਾਪਾ ਦੇ ਦੋਸਤ ਦੇ ਮੁੰਡੇ ਰਾਜੀਵ ਨਾਲ ਤੈਅ ਕਰ ਦਿੱਤਾ ਗਿਆ ਸੀ। ਮੇਰੇ ਪਾਪਾ ਦੇ ਦੋਸਤ ਅਤੇ ਰਾਜੀਵ ਅਕਸਰ ਹੀ ਸਾਡੇ ਘਰ ਆਇਆ ਕਰਦੇ ਸਨ, ਪਰ ਮੈਂ ਮਹਿਸੂਸ ਕਰਦੀ ਰਾਜੀਵ ਜਦ ਵੀ ਸਾਡੇ ਘਰ ਆਉਂਦਾ ਤਾਂ ਉਹ ਕੁਝ ਉਖੜਿਆ ਜਿਹਾ ਰਹਿੰਦਾ। ਪਤਾ ਨਹੀਂ, ਮੈਨੂੰ ਇੰਜ ਲੱਗਦਾ ਸੀ ਕਿ ਉਹ ਮੈਨੂੰ ਪਸੰਦ ਨਹੀਂ ਕਰਦਾ ਹੈ। ਉਹ ਨਾ ਤਾਂ ਮੇਰੇ ਨਾਲ ਕੋਈ ਗੱਲ ਕਰਦਾ ਸੀ ਤੇ ਨਾ ਹੀ ਮੇਰੇ ਵੱਲ ਦੇਖਦਾ ਸੀ। ਉਸਦੇ ਇਸ ਰਵੱਈਏ ਤੋਂ ਮੈਂ ਬਹੁਤ ਦੁਖੀ ਹੁੰਦੀ, ਇਸ ਲਈ ਮੈਂ ਵੀ ਕਦੇ ਉਸ ਨਾਲ ਗੱਲ ਕਰਨ ਦੀ ਕੋਸ਼ਿਸ਼ ਨਾ ਕੀਤੀ। ਹੌਲੀ-ਹੌਲੀ ਵਕਤ ਗੁਜ਼ਰਦਾ ਗਿਆ ਤੇ ਅਸੀਂ ਵੱਡੇ ਹੋ ਗਏ। ਫਿਰ ਮੇਰੇ ਪਾਪਾ ਦੇ ਦੋਸਤ ਨੇ ਕਿਹਾ ਕਿ ਹੁਣ ਆਪਾਂ ਨੂੰ ਆਪਣੇ ਬੱਚਿਆਂ ਦਾ ਵਿਆਹ ਕਰਕੇ ਆਪਣੀ ਦੋਸਤੀ ਨੂੰ ਰਿਸ਼ਤੇਦਾਰੀ ਵਿੱਚ ਬਦਲ ਲੈਣਾ ਚਾਹੀਦਾ ਹੈ। ਮੇਰੇ ਪਾਪਾ ਨੂੰ ਵੀ ਇਸ ਰਿਸ਼ਤੇ ਤੋਂ ਕੋਈ ਇਤਰਾਜ਼ ਨਹੀਂ ਸੀ, ਇਸ ਲਈ ਉਹਨਾਂ ਨੇ ਮੈਨੂੰ ਬਿਨਾਂ ਪੁੱਛੇ ਹੀ ਮੇਰਾ ਰਾਜੀਵ ਨਾਲ ਮੰਗਣਾ ਕਰ ਦਿੱਤਾ। ਮੰਗਣੇ ਤੋਂ ਕੁਝ ਦਿਨਾਂ ਬਾਅਦ ਹੀ ਮੇਰਾ ਵਿਆਹ ਸੀ ਤੇ ਆਖਰ ਵਿਆਹ ਵਾਲਾ ਦਿਨ ਵੀ ਆ ਗਿਆ ਤੇ ਫਿਰ ਮੈਂ ਦੁਲਹਨ ਬਣ ਕੇ ਰਾਜੀਵ ਦੇ ਘਰ ਆ ਗਈ। ਮੈਂ ਦੁਲਹਨ ਬਣੀ ਆਪਣੇ ਕਮਰੇ ਵਿੱਚ ਬੈਠੀ ਰਾਜੀਵ ਦਾ ਇੰਤਜ਼ਾਰ ਕਰ ਰਹੀ ਸੀ, ਪਰ ਬਹੁਤ ਸਮਾਂ ਲੰਘ ਗਿਆ। ਕਾਫੀ ਰਾਤ ਹੋ ਗਈ ਸੀ, ਪਰ ਅਜੇ ਤੱਕ ਰਾਜੀਵ ਨਹੀਂ ਆਏ ਸਨ। ਫਿਰ ਮੇਰੀ ਸੱਸ ਮੇਰੇ ਕਮਰੇ ਵਿੱਚ ਆਈ ਤੇ ਕਹਿਣ ਲੱਗੀ ਕਿ ਤੂੰ ਸੌਂ ਜਾ, ਕਿਸੇ ਕਾਰਨ ਕਰਕੇ ਰਾਜੀਵ ਅੱਜ ਕਮਰੇ ਵਿੱਚ ਨਹੀਂ ਆਵੇਗਾ। ਉਹਨਾਂ ਦੀ ਗੱਲ ਸੁਣ ਕੇ ਮੈਨੂੰ ਬਹੁਤ ਅਜੀਬ ਲੱਗਿਆ। ਫਿਰ ਮੈਂ ਆਪਣੇ ਕੱਪੜੇ ਚੇਂਜ ਕਰਕੇ ਬਿਸਤਰ 'ਤੇ ਲੇਟ ਗਈ। ਦੂਜੇ ਦਿਨ ਮੇਰੇ ਪਤੀ ਮੇਰੇ ਕਮਰੇ ਵਿੱਚ ਆਏ ਤਾਂ ਮੈਂ ਉਹਨਾਂ ਨੂੰ ਦੇਖ ਕੇ ਬਹੁਤ ਖੁਸ਼ ਹੋ ਗਈ, ਕਿਉਂਕਿ ਮੇਰੇ ਮਨ ਵਿੱਚ ਕਿਤੇ ਨਾ ਕਿਤੇ ਡਰ ਸੀ ਕਿ ਉਹ ਮੈਨੂੰ ਪਸੰਦ ਨਹੀਂ ਕਰਦੇ, ਇਸ ਲਈ ਉਹ ਮੇਰੇ ਤੋਂ ਦੂਰ ਰਹਿੰਦੇ ਹਨ। ਪਰ ਜਦ ਉਹ ਕਮਰੇ ਵਿੱਚ ਆਏ ਤਾਂ ਮੇਰਾ ਇਹ ਡਰ ਦੂਰ ਹੋ ਗਿਆ। ਉਹ ਬਹੁਤ ਚੰਗੇ ਇਨਸਾਨ ਸਨ, ਉਹ ਮੇਰਾ ਖਿਆਲ ਰੱਖਦੇ, ਪਰ ਉਹ ਥੋੜ੍ਹੇ ਜਿਹੇ ਅਜੀਬ ਸਨ। ਮੇਰੇ ਕੋਲ ਆਉਂਦੇ ਤਾਂ ਉਹਨਾਂ ਅੰਦਰ ਥੋੜ੍ਹੀ ਘਬਰਾਹਟ ਜਿਹੀ ਹੁੰਦੀ, ਜਿਸ ਦੀ ਵਜ੍ਹਾ ਨਾਲ ਸਾਡੇ ਦੋਨਾਂ ਵਿੱਚ ਇੱਕ ਅਜੀਬ ਜਿਹੀ ਝਿਜਕ ਸੀ। ਵਿਆਹ ਦੇ 2 ਮਹੀਨੇ ਬਾਅਦ ਹੀ ਰਾਜੀਵ ਦੀ ਦੁਬਈ ਵਿੱਚ ਨੌਕਰੀ ਲੱਗ ਗਈ। ਉਹਨਾਂ ਦੀ ਨੌਕਰੀ ਦੀ ਖਬਰ ਸੁਣ ਕੇ ਘਰ ਵਿੱਚ ਸਾਰੇ ਬਹੁਤ ਖੁਸ਼ ਸਨ। ਮੇਰੀ ਖੁਸ਼ੀ ਦਾ ਤਾਂ ਕੋਈ ਟਿਕਾਣਾ ਹੀ ਨਹੀਂ ਸੀ, ਕਿਉਂਕਿ ਮੈਂ ਉਹਨਾਂ ਨਾਲ ਦੁਬਈ ਜੋ ਜਾਣਾ ਸੀ। ਕਿਉਂਕਿ ਮੈਨੂੰ ਯਕੀਨ ਸੀ ਕਿ ਮੇਰੇ ਤੇ ਰਾਜੀਵ ਵਿੱਚ ਜੋ ਫਾਸਲਾ ਹੈ ਉਹ ਦੁਬਈ ਜਾ ਕੇ ਸਭ ਖਤਮ ਹੋ ਜਾਵੇਗਾ। ਇਸ ਲਈ ਮੈਂ ਖੁਸ਼ੀ-ਖੁਸ਼ੀ ਜਾਣ ਦੀ ਤਿਆਰੀ ਕਰਨ ਲੱਗੀ। ਪਰ ਦੁਬਈ ਜਾਣ ਤੋਂ ਇੱਕ ਦਿਨ ਪਹਿਲਾਂ ਰਾਜੀਵ ਨੇ ਕਿਹਾ, ਮੈਂ ਰਾਤ ਨੂੰ ਅੰਜਲੀ ਦੇ ਬਾਰੇ ਇੱਕ ਬਹੁਤ ਬੁਰਾ ਸੁਪਨਾ ਦੇਖਿਆ ਹੈ। ਇਹ ਸੁਣ ਕੇ ਮੇਰੇ ਸਸੁਰ ਜੀ ਬਹੁਤ ਪਰੇਸ਼ਾਨ ਹੋ ਗਏ। ਉਹਨਾਂ ਨੇ ਕਿਹਾ ਕਿ ਮੈਂ ਅੰਜਲੀ ਨੂੰ ਹੁਣ ਇਸ ਵਕਤ ਤੇਰੇ ਨਾਲ ਦੁਬਈ ਨਹੀਂ ਜਾਣ ਦੇਵਾਂਗਾ। ਜਦ ਤੂੰ ਉੱਥੇ ਕੁਝ ਦਿਨ ਰਹੇਂਗਾ ਤੇ ਸਭ ਕੁਝ ਉੱਥੇ ਠੀਕ ਹੋ ਜਾਵੇਗਾ ਤਾਂ ਫਿਰ ਤੂੰ ਦੁਬਾਰਾ ਆ ਕੇ ਇਸ ਨੂੰ ਆਪਣੇ ਨਾਲ ਲੈ ਜਾਵੀਂ। ਮੇਰੇ ਸਸੁਰ ਜੀ ਬਹੁਤ ਹੀ ਵਹਿਮੀ ਕਿਸਮ ਦੇ ਇਨਸਾਨ ਸਨ। ਉਹ ਇੱਕ ਸੁਪਨਾ ਸੁਣ ਕੇ ਹੀ ਡਰ ਗਏ ਸਨ, ਪਰ ਜਦ ਮੈਨੂੰ ਪਤਾ ਚੱਲਿਆ ਕਿ ਮੈਂ ਰਾਜੀਵ ਨਾਲ ਦੁਬਈ ਨਹੀਂ ਜਾਣਾ ਹੈ, ਇਹ ਸੁਣ ਕੇ ਮੇਰੇ ਸਾਰੇ ਸੁਪਨੇ ਚਕਨਾਚੂਰ ਹੋ ਗਏ। ਮੈਂ ਰਾਜੀਵ ਨੂੰ ਕਿਹਾ ਕਿ ਅਜਿਹਾ ਕੁਝ ਨਹੀਂ ਹੁੰਦਾ, ਜ਼ਰੂਰੀ ਨਹੀਂ ਹੁੰਦਾ ਕਿ ਸੁਪਨੇ ਸੱਚ ਹੋਣ। ਤੁਸੀਂ ਪਿਤਾ ਜੀ ਨਾਲ ਗੱਲ ਕਰੋ ਤੇ ਮੈਨੂੰ ਆਪਣੇ ਨਾਲ ਦੁਬਈ ਲੈ ਕੇ ਚੱਲੋ। ਪਰ ਰਾਜੀਵ ਨੇ ਕਿਹਾ ਕਿ ਪਿਤਾ ਜੀ ਕਦੇ ਨਹੀਂ ਮੰਨਣਗੇ, ਕਿਉਂਕਿ ਉਹਨਾਂ ਦੀ ਗੱਲ ਪੱਥਰ ਤੇ ਲਕੀਰ ਵਰਗੀ ਹੁੰਦੀ ਹੈ। ਇਸ ਬਾਰੇ ਵਿੱਚ ਮੈਂ ਉਹਨਾਂ ਨੂੰ ਕੁਝ ਵੀ ਨਹੀਂ ਕਹਿ ਸਕਦਾ। ਰਾਜੀਵ ਦੀ ਗੱਲ ਸੁਣ ਕੇ ਮੇਰਾ ਮਨ ਬਹੁਤ ਉਦਾਸ ਹੋਇਆ। ਮੈਂ ਚੁੱਪਚਾਪ ਬੈਗ ਵਿੱਚੋਂ ਆਪਣਾ ਸਮਾਨ ਕੱਢ ਕੇ ਅਲਮਾਰੀ ਵਿੱਚ ਰੱਖ ਦਿੱਤਾ। ਸ਼ਾਮ ਨੂੰ ਰਾਜੀਵ ਦੁਬਈ ਲਈ ਰਵਾਨਾ ਹੋ ਗਏ ਸਨ ਤੇ ਮੇਰੇ ਦਿਨ ਐਵੇਂ ਹੀ ਉਦਾਸੀ ਨਾਲ ਲੰਘਣੇ ਸ਼ੁਰੂ ਹੋ ਗਏ। ਰਾਜੀਵ ਦਾ ਜਦ ਵੀ ਫੋਨ ਆਉਂਦਾ ਤਾਂ ਉਹ ਆਪਣੀ ਮਾਂ ਨਾਲ ਹੀ ਗੱਲ ਕਰਦੇ, ਮੇਰੇ ਨਾਲ ਗੱਲ ਕਰਨ ਦੀ ਕੋਸ਼ਿਸ਼ ਵੀ ਨਹੀਂ ਕਰਦੇ। ਇਹ ਸਭ ਸੋਚ ਕੇ ਮੈਂ ਬਹੁਤ ਦੁਖੀ ਰਹਿੰਦੀ। ਪਰ ਅਚਾਨਕ ਤੋਂ ਕੁਝ ਦਿਨਾਂ ਬਾਅਦ ਮੇਰੀ ਜ਼ਿੰਦਗੀ ਵਿੱਚ ਰੌਣਕ ਆ ਗਈ, ਜਦ ਮੈਨੂੰ ਪਤਾ ਚੱਲਿਆ ਕਿ ਮੈਂ ਮਾਂ ਬਣਨ ਵਾਲੀ ਹਾਂ। ਮੇਰੇ ਮਾਂ ਬਣਨ ਦੀ ਖਬਰ ਸੁਣ ਕੇ ਘਰ ਵਿੱਚ ਸਾਰੇ ਬਹੁਤ ਖੁਸ਼ ਹੋਏ।
ਤੇ ਉਹਨਾਂ ਨੇ ਇਹ ਖੁਸ਼ਖਬਰੀ ਰਾਜੀਵ ਨੂੰ ਵੀ ਦੱਸੀ। ਪਰ ਇਹ ਖਬਰ ਸੁਣ ਕੇ ਰਾਜੀਵ ਨੇ ਇੱਕ ਵਾਰ ਵੀ ਮੇਰੇ ਨਾਲ ਗੱਲ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਕਿ ਮੈਂ ਕਿਵੇਂ ਹਾਂ। ਮੈਂ ਇਹ ਜਾਣਨਾ ਚਾਹੁੰਦੀ ਸੀ ਕਿ ਰਾਜੀਵ ਨੂੰ ਮੇਰੀ ਪ੍ਰੈਗਨੈਂਸੀ ਦੀ ਖਬਰ ਸੁਣ ਕੇ ਕਿਵੇਂ ਦਾ ਮਹਿਸੂਸ ਹੋਇਆ। ਮੇਰੀ ਪ੍ਰੈਗਨੈਂਸੀ ਦੀ ਖਬਰ ਸੁਣ ਕੇ ਉਹ ਖੁਸ਼ ਵੀ ਹੈ ਜਾਂ ਨਹੀਂ, ਪਰ ਇਹ ਤਾਂ ਪਤਾ ਲੱਗਦਾ ਨਾ ਜੇ ਉਹ ਮੇਰੇ ਨਾਲ ਗੱਲ ਕਰਦੇ। ਰਾਜੀਵ ਨੂੰ ਯਾਦ ਕਰਕੇ ਮੈਂ ਹਰ ਵਕਤ ਰੋਂਦੀ ਰਹਿੰਦੀ। ਮੈਨੂੰ ਰੋਂਦੀ ਨੂੰ ਤੇ ਉਦਾਸ ਦੇਖ ਕੇ ਮੇਰੀ ਸੱਸ ਮੈਨੂੰ ਸਮਝਾਉਂਦੀ ਕਿ ਤੂੰ ਰੋ ਨਾ, ਜਲਦੀ ਹੀ ਰਾਜੀਵ ਵਾਪਸ ਆਵੇਗਾ ਤੇ ਤੈਨੂੰ ਨਾਲ ਲੈ ਕੇ ਜਾਵੇਗਾ। ਉਸ ਜ਼ਮਾਨੇ ਵਿੱਚ ਫ਼ੋਨ ਕਿਸੇ ਕੋਲ ਹੀ ਹੁੰਦਾ ਸੀ। ਮੈਂ ਸੋਚਦੀ ਕਿ ਕਾਸ਼ ਮੇਰੇ ਕੋਲ ਵੀ ਫ਼ੋਨ ਹੁੰਦਾ ਤਾਂ ਮੈਂ ਵੀ ਰਾਜੀਵ ਨਾਲ ਗੱਲ ਕਰ ਸਕਦੀ। ਅਜਿਹੀ ਹਾਲਤ ਵਿੱਚ ਮੈਨੂੰ ਰਾਜੀਵ ਦੀ ਬਹੁਤ ਕਮੀ ਮਹਿਸੂਸ ਹੁੰਦੀ। ਮੇਰੀ ਪ੍ਰੈਗਨੈਂਸੀ ਦੇ ਦੌਰਾਨ ਨਾ ਤਾਂ ਰਾਜੀਵ ਮੈਨੂੰ ਮਿਲਣ ਆਏ ਤੇ ਨਾ ਹੀ ਉਹਨਾਂ ਨੇ ਮੇਰੇ ਨਾਲ ਕਦੇ ਫ਼ੋਨ 'ਤੇ ਗੱਲ ਕਰਨ ਦੀ ਕੋਸ਼ਿਸ਼ ਕੀਤੀ। ਜਿਵੇਂ ਕਿਵੇਂ ਕਰਕੇ ਮੇਰਾ 9ਵਾਂ ਮਹੀਨਾ ਗੁਜ਼ਰਿਆ। ਫਿਰ ਮੈਂ ਇੱਕ ਬੇਟੀ ਨੂੰ ਜਨਮ ਦਿੱਤਾ। ਮੈਂ ਬਹੁਤ ਖੁਸ਼ ਸੀ। ਸਾਰੇ ਘਰ ਦੇ ਵੀ ਬਹੁਤ ਖੁਸ਼ ਸਨ। ਅਗਲੇ ਦਿਨ ਜਦ ਮੈਂ ਹਸਪੀਟਲ ਤੋਂ ਘਰ ਆਈ ਤਾਂ ਘਰ ਵਿੱਚ ਵੀ ਖੁਸ਼ੀ ਦਾ ਮਾਹੌਲ ਸੀ। ਤਦੇ ਅਚਾਨਕ ਦਰਵਾਜ਼ੇ 'ਤੇ ਇੱਕ ਬਾਬਾ ਭਿਕਸ਼ਾ ਮੰਗਣ ਆਇਆ ਤਾਂ ਮੇਰੇ ਘਰਦਿਆਂ ਨੇ ਉਸ ਨੂੰ ਵੀ ਮਿਠਾਈ ਦਿੱਤੀ, ਪਰ ਉਸਨੇ ਮਿਠਾਈ ਲੈਣ ਤੋਂ ਇਨਕਾਰ ਕਰ ਦਿੱਤਾ ਤੇ ਕਹਿਣ ਲੱਗਿਆ ਕਿ ਜੋ ਤੁਹਾਡੇ ਬੱਚੀ ਪੈਦਾ ਹੋਈ ਹੈ ਉਹ ਬਹੁਤ ਮਨਹੂਸ ਹੈ। ਉਸ ਭਿਖਾਰੀ ਬਾਬੇ ਦੀ ਗੱਲ ਸੁਣ ਕੇ ਸਾਰੇ ਹੱਕੇ ਬੱਕੇ ਰਹਿ ਗਏ। ਜਦ ਮੇਰੇ ਕੰਨਾਂ ਵਿੱਚ ਇਹ ਗੱਲ ਪਈ ਤਾਂ ਮੈਂ ਵੀ ਬਾਹਰ ਆ ਗਈ ਤੇ ਉਸ ਨੂੰ ਕਹਿਣ ਲੱਗੀ ਕਿ ਤੂੰ ਕੀ ਬਕਵਾਸ ਕਰ ਰਿਹਾ ਹੈ, ਕੌਣ ਆ ਤੂੰ? ਉਹ ਪਾਗਲ ਭਿਖਾਰੀ ਤੇ ਮੈਨੂੰ ਬਹੁਤ ਗੁੱਸਾ ਆਇਆ। ਮੇਰੇ ਸਸੁਰ ਨੇ ਉਸ ਭਿਖਾਰੀ ਨੂੰ ਪੁੱਛਿਆ ਕਿ ਤੂੰ ਮੇਰੀ ਪੋਤੀ ਦੇ ਬਾਰੇ ਅਜਿਹਾ ਕਿਉਂ ਕਿਹਾ? ਤਾਂ ਉਸ ਭਿਖਾਰੀ ਨੇ ਕਿਹਾ ਕਿ ਤੁਸੀਂ ਮੰਨੋ ਜਾਂ ਨਾ ਮੰਨੋ, ਪਰ ਇਹ ਕੁੜੀ ਬਹੁਤ ਮਨਹੂਸ ਹੈ। ਇਹ ਤੁਹਾਡੇ ਘਰ ਨੂੰ ਬਰਬਾਦ ਕਰਕੇ ਰੱਖ ਦੇਵੇਗੀ। ਮੇਰੇ ਸਸੁਰ ਜੀ ਨੇ ਕਿਹਾ ਕਿ ਤੂੰ ਅਜਿਹਾ ਕਿਵੇਂ ਕਹਿ ਸਕਦਾ ਏਂ? ਉਸਨੇ ਕਿਹਾ ਕਿ ਮੈਨੂੰ ਇਸ 'ਤੇ ਪੈਦਾ ਹੋਣ 'ਤੇ ਹੀ ਪਤਾ ਚੱਲ ਗਿਆ ਸੀ, ਇਸ ਲਈ ਤਾਂ ਮੈਂ ਆਇਆ ਹਾਂ। ਇਸ ਬੱਚੀ ਨੂੰ 15 ਸਾਲ ਤੱਕ ਇਸ ਘਰ ਤੋਂ ਅਤੇ ਘਰ ਵਾਲਿਆਂ ਤੋਂ ਦੂਰ ਰੱਖਣਾ ਹੋਵੇਗਾ, ਤਾਂ ਹੀ ਇਸ ਦੀ ਮਨਹੂਸੀਅਤ ਦੂਰ ਹੋਵੇਗੀ ਤੇ ਉਸ ਤੋਂ ਬਾਅਦ ਸਭ ਠੀਕ ਹੋ ਜਾਵੇਗਾ। ਉਸ ਭਿਖਾਰੀ ਦੀ ਇਹ ਗੱਲ ਸੁਣ ਕੇ ਮੇਰੇ ਸਸੁਰ ਜੀ ਤੁਰੰਤ ਉੱਠੇ ਅਤੇ ਝੂਲੇ ਵਿੱਚੋਂ ਮੇਰੀ ਬੇਟੀ ਨੂੰ ਉਠਾ ਕੇ ਉਸ ਭਿਖਾਰੀ ਨੂੰ ਦੇ ਦਿੱਤਾ ਤੇ ਕਹਿਣ ਲੱਗੇ, ਜਦ ਇਹ ਵੱਡੀ ਹੋ ਜਾਵੇਗੀ ਤਾਂ ਸਾਨੂੰ ਵਾਪਸ ਕਰ ਦੇਵੀਂ। ਇਹ ਸਭ ਦੇਖ ਕੇ ਮੈਨੂੰ ਬਹੁਤ ਗੁੱਸਾ ਆਇਆ ਤੇ ਉਸ ਭਿਖਾਰੀ ਦੇ ਹੱਥੋਂ ਮੈਂ ਆਪਣੀ ਬੇਟੀ ਨੂੰ ਖੋਹਣਾ ਚਾਹਿਆ, ਪਰ ਮੇਰੇ ਸਸੁਰ ਜੀ ਨੇ ਇਨਕਾਰ ਕਰ ਦਿੱਤਾ। ਮੈਂ ਰੋਂਦੀ ਰਹੀ ਤੇ ਗਿੜਗਿੜਾਉਂਦੀ ਰਹੀ, ਪਰ ਮੇਰੀ ਕਿਸੇ ਨੇ ਇੱਕ ਨਾ ਸੁਣੀ ਤੇ ਉਹ ਆਦਮੀ ਮੇਰੀ ਅੱਖਾਂ ਦੇ ਸਾਹਮਣੇ ਮੇਰੀ ਬੱਚੀ ਨੂੰ ਲੈ ਕੇ ਚਲਾ ਗਿਆ। ਮੇਰੇ ਸਸੁਰ ਨੇ ਰਾਜੀਵ ਨੂੰ ਤੁਰੰਤ ਫ਼ੋਨ ਕਰਕੇ ਦੱਸਿਆ ਕਿ ਤੇਰੀ ਬੇਟੀ ਹੋਈ ਸੀ ਤੇ ਉਹ ਮਰੀ ਹੋਈ ਪੈਦਾ ਹੋਈ ਸੀ। ਮੈਂ ਹਰ ਵਕਤ ਆਪਣੀ ਬੱਚੀ ਨੂੰ ਯਾਦ ਕਰ ਕਰਕੇ ਰੋਂਦੀ ਰਹਿੰਦੀ। ਮੈਂ ਉਸ ਆਦਮੀ ਨੂੰ ਕੋਸਦੀ ਰਹਿੰਦੀ ਸੀ ਜਿਹੜਾ ਪਤਾ ਨਹੀਂ ਕਿੱਥੋਂ ਮੇਰੇ ਦਰਵਾਜ਼ੇ 'ਤੇ ਆ ਗਿਆ। ਮੈਂ ਤਾਂ ਅਜੇ ਆਪਣੀ ਬੱਚੀ ਨੂੰ ਠੀਕ ਤਰ੍ਹਾਂ ਨਾਲ ਦੇਖਿਆ ਵੀ ਨਹੀਂ ਸੀ। ਮੈਨੂੰ ਤਾਂ ਸਿਰਫ ਉਹਦੇ ਪੈਰਾਂ ਦੀਆਂ ਉਂਗਲੀਆਂ ਹੀ ਯਾਦ ਸਨ ਜਿਨ੍ਹਾਂ 'ਤੇ ਕਾਲੇ ਰੰਗ ਦਾ ਨਿਸ਼ਾਨ ਸੀ। ਰਾਜੀਵ ਨਾਲ ਫ਼ੋਨ 'ਤੇ ਤਾਂ ਕਦੇ ਮੇਰੀ ਗੱਲ ਹੋਈ ਨਹੀਂ ਸੀ। ਹੁਣ ਮੈਨੂੰ ਉਹਨਾਂ ਦੇ ਆਉਣ ਦਾ ਇੰਤਜ਼ਾਰ ਸੀ। ਮੈਂ ਹਰ ਰੋਜ਼ ਆਪਣੀ ਸੱਸ ਨੂੰ ਪੁੱਛਦੀ ਕਿ ਉਹ ਕਦ ਆਉਣਗੇ। ਉਹ ਮੈਨੂੰ ਤਸੱਲੀ ਦਿੰਦੀ ਕਿ ਉਹ ਜਲਦੀ ਹੀ ਆ ਜਾਵੇਗਾ। ਮੇਰਾ ਇੰਤਜ਼ਾਰ ਹੀ ਰਹਿ ਗਿਆ। ਮੇਰੇ ਵਿਆਹ ਨੂੰ ਕਈ ਸਾਲ ਲੰਘ ਗਏ ਸਨ, ਪਰ ਰਾਜੀਵ ਕਦੇ ਵਾਪਸ ਨਹੀਂ ਆਏ। ਮੈਂ ਤਾਂ ਹੁਣ ਰਾਜੀਵ ਦਾ ਇੰਤਜ਼ਾਰ ਕਰਨਾ ਹੀ ਛੱਡ ਦਿੱਤਾ ਸੀ। ਹੁਣ ਮੈਨੂੰ ਸਿਰਫ ਆਪਣੀ ਬੇਟੀ ਦੀ ਹੀ ਫਿਕਰ ਸੀ। ਉਸ ਦੀ ਜੁਦਾਈ ਮੇਰੇ ਤੋਂ ਬਰਦਾਸ਼ਤ ਨਾ ਹੁੰਦੀ। ਮੈਂ ਆਪਣੀ ਬੇਟੀ ਲਈ ਰੋਜ਼ ਰੋਂਦੀ ਰਹਿੰਦੀ। ਵਕਤ ਜਿਵੇਂ ਜਿਵੇਂ ਗੁਜ਼ਰਦਾ ਜਾ ਰਿਹਾ ਸੀ, ਮੈਂ ਸੋਚਦੀ ਕਿ ਮੇਰੀ ਬੇਟੀ ਨੂੰ ਸ਼ਾਇਦ ਉਹ ਸ਼ਖਸ 15 ਸਾਲ ਬਾਅਦ ਵਾਪਸ ਲੈ ਆਵੇ, ਪਰ ਹੁਣ ਮੇਰੀ ਬੇਟੀ ਨੂੰ ਪੈਦਾ ਹੋਏ 20 ਸਾਲ ਹੋ ਗਏ ਸਨ, ਯਾਨੀ ਕਿ ਉਹ ਹੁਣ 20 ਸਾਲ ਦੀ ਹੋ ਚੁੱਕੀ ਸੀ, ਪਰ ਉਹ ਨਹੀਂ ਆਈ। ਮੇਰੀ ਪੂਰੀ ਜਵਾਨੀ ਆਪਣੇ ਪਤੀ ਤੇ ਆਪਣੀ ਬੇਟੀ ਦੇ ਇੰਤਜ਼ਾਰ ਵਿੱਚ ਗੁਜ਼ਰ ਗਈ। ਦਿਨ ਐਵੇਂ ਹੀ ਗੁਜ਼ਰ ਰਹੇ ਸਨ ਕਿ ਇੱਕ ਦਿਨ ਅਚਾਨਕ ਰਾਜੀਵ ਦੇ ਆਉਣ ਦੀ ਖਬਰ ਮਿਲੀ। ਉਹਨਾਂ ਦੇ ਐਵੇਂ ਅਚਾਨਕ ਆਉਣ ਨਾਲ ਮੈਂ ਹੈਰਾਨ ਹੋਈ ਕਿ ਇੰਨੇ ਸਾਲਾਂ ਬਾਅਦ ਉਹ ਵਾਪਸ ਕਿਵੇਂ ਆ ਗਏ। ਪਰ ਜੋ ਵੀ ਸੀ, ਮੈਂ ਉਹਨਾਂ ਨੂੰ ਦੇਖ ਕੇ ਬਹੁਤ ਖੁਸ਼ ਹੋਈ। ਮੈਂ ਆਪਣੀ ਬੇਟੀ ਦੀ ਜੁਦਾਈ ਦਾ ਗਮ ਉਹਨਾਂ ਨੂੰ ਰੋ ਰੋ ਕੇ ਕਹਿਣਾ ਚਾਹੁੰਦੀ ਸੀ, ਪਰ ਉਹਨਾਂ ਨਾਲ ਦੁਲਹਨ ਦੇਖ ਕੇ ਮੈਂ ਸੁੰਨ ਰਹਿ ਗਈ, ਕਿਉਂਕਿ ਉਹ ਇਕੱਲੇ ਨਹੀਂ ਆਏ ਸਨ। ਉਹਨਾਂ ਨਾਲ ਇੱਕ ਔਰਤ ਵੀ ਸੀ ਜਿਹੜੀ ਦੁਲਹਨ ਦੀ ਤਰ੍ਹਾਂ ਸਜੀ ਧਜੀ ਕਿਸੇ ਅਫਸਰਾਂ ਤੋਂ ਘੱਟ ਨਹੀਂ ਲੱਗ ਰਹੀ ਸੀ। ਉਸ ਔਰਤ ਨੂੰ ਮੈਂ ਆਪਣੇ ਪਤੀ ਨਾਲ ਦੇਖ ਕੇ ਬਹੁਤ ਹੈਰਾਨ ਹੋਈ ਕਿ ਕੀ ਰਾਜੀਵ ਨੇ ਦੂਜਾ ਵਿਆਹ ਤਾਂ ਨਹੀਂ ਕਰਵਾ ਲਿਆ। ਇਹ ਸੋਚਦੇ ਹੀ ਮੇਰੀਆਂ ਅੱਖਾਂ ਵਿੱਚੋਂ ਹੰਝੂ ਡਿੱਗਣ ਲੱਗੇ। ਮੈਂ ਆਪਣੇ ਹੰਝੂ ਪੂੰਝੇ ਤੇ ਉਸ ਔਰਤ ਦਾ ਸਿਰ ਤੋਂ ਪੈਰਾਂ ਤੱਕ ਜਾਇਜ਼ਾ ਲੈਣ ਲੱਗੀ ਤਾਂ ਅਚਾਨਕ ਮੇਰੀ ਨਜ਼ਰ ਉਸ ਦੇ ਪੈਰਾਂ 'ਤੇ ਪਈ ਤਾਂ ਉਸ ਦੇ ਪੈਰਾਂ ਦੇ ਨਿਸ਼ਾਨ ਦੇਖ ਕੇ
ਮੇਰੀ ਤਾਂ ਜਾਨ ਹੀ ਨਿਕਲ ਗਈ, ਕਿਉਂਕਿ ਇਹ ਤਾਂ ਉਹੀ ਨਿਸ਼ਾਨ ਸੀ ਜਿਹੜਾ ਕਿ ਮੇਰੀ ਬੇਟੀ ਦੇ ਪੈਰਾਂ 'ਤੇ ਸੀ। ਬਸ ਇੱਕ ਇਹੀ ਨਿਸ਼ਾਨ ਤਾਂ ਯਾਦ ਸੀ ਮੈਨੂੰ ਆਪਣੀ ਬੇਟੀ ਦਾ। ਇਹ ਮੇਰੀ ਹੀ ਬੇਟੀ ਹੈ ਤਾਂ ਕੀ ਰਾਜੀਵ ਨੇ ਆਪਣੀ ਹੀ ਬੇਟੀ ਦੇ ਨਾਲ? ਇਹ ਸੋਚ ਕੇ ਮੇਰਾ ਸਿਰ ਚਕਰਾਉਣ ਲੱਗਿਆ। ਮੈਂ ਇਹ ਸਭ ਬਰਦਾਸ਼ਤ ਨਾ ਕਰ ਸਕੀ ਤੇ ਅਗਲੇ ਹੀ ਪਲ ਮੈਂ ਬੇਹੋਸ਼ ਹੋ ਕੇ ਡਿੱਗ ਗਈ। ਰਾਜੀਵ ਨੇ ਮੇਰੇ ਮੂੰਹ 'ਤੇ ਪਾਣੀ ਦੇ ਛਿੱਟੇ ਮਾਰੇ। ਫਿਰ ਕੁਝ ਚਿਰ ਬਾਅਦ ਮੈਨੂੰ ਹੋਸ਼ ਆਇਆ ਤਾਂ ਸਾਹਮਣੇ ਰਾਜੀਵ ਖੜੇ ਸੀ। ਮੈਂ ਰੋਂਦੇ ਹੋਏ ਕਹਿਣ ਲੱਗੀ ਕਿ ਹੁਣ ਇਹੀ ਦੇਖਣਾ ਬਾਕੀ ਰਹਿ ਗਿਆ ਸੀ ਕਿ ਤੁਸੀਂ ਦੁਲਹਨ ਲੈ ਕੇ ਆਏ ਹੋ। ਉਹ ਹੋਰ ਕੋਈ ਨਹੀਂ, ਉਹ ਤਾਂ ਆਪਣੀ ਬੇਟੀ ਹੈ। ਰਾਜੀਵ ਨੇ ਮੈਨੂੰ ਚੁੱਪ ਕਰਾਉਂਦੇ ਹੋਏ ਕਿਹਾ ਕਿ ਤੂੰ ਚੁੱਪ ਕਰ, ਮੈਂ ਤੈਨੂੰ ਸਭ ਦੱਸਦਾ ਹਾਂ। ਮੈਂ ਅੰਦਰ ਹੀ ਅੰਦਰ ਘੁੱਟਦੀ ਜਾ ਰਹੀ ਸੀ ਕਿ ਹੁਣ ਕੀ ਦੱਸਣ ਸੁਣਨ ਨੂੰ ਰਹਿ ਗਿਆ ਹੈ। ਇਹ ਸਭ ਦੇਖਣ ਤੋਂ ਪਹਿਲਾਂ ਮੈਂ ਮਰ ਕਿਉਂ ਨਾ ਗਈ। ਫਿਰ ਰਾਜੀਵ ਕਹਿਣ ਲੱਗੇ ਕਿ ਮੈਂ ਅੱਜ ਤੈਨੂੰ ਆਪਣੀ ਜ਼ਿੰਦਗੀ ਦਾ ਸਾਰਾ ਸੱਚ ਦੱਸਦਾ ਹਾਂ। ਜਦ ਤੋਂ ਮੈਂ ਆਪਣਾ ਹੋਸ਼ ਸੰਭਾਲਿਆ ਤਾਂ ਮੈਨੂੰ ਆਪਣੇ ਪਾਪਾ ਦੀਆਂ ਪਾਬੰਦੀਆਂ ਬਿਲਕੁਲ ਪਸੰਦ ਨਹੀਂ ਸਨ। ਉਹ ਹਰ ਵਕਤ ਟੋਕਾ ਟਾਕੀ ਕਰਦੇ ਰਹਿੰਦੇ। ਕਦੇ ਕਹਿੰਦੇ ਇਸ ਕਲਰ ਦਾ ਕੱਪੜਾ ਪਾ, ਤੇਰੇ ਲਈ ਸ਼ੁਭ ਹੋਵੇਗਾ। ਕਦੇ ਕਹਿੰਦੇ ਇਸ ਤਰ੍ਹਾਂ ਕਰ, ਤੇਰੇ ਲਈ ਇਹ ਠੀਕ ਰਹੇਗਾ। ਉਹ ਬਹੁਤ ਹੀ ਵਹਿਮੀ ਕਿਸਮ ਦੇ ਇਨਸਾਨ ਹਨ। ਬਚਪਨ ਵਿੱਚ ਹੀ ਮੇਰਾ ਵਿਆਹ ਉਹਨਾਂ ਨੇ ਤੇਰੇ ਨਾਲ ਤੈਅ ਕਰ ਦਿੱਤਾ। ਮੈਂ ਤੇਰੇ ਨਾਲ ਵਿਆਹ ਨਹੀਂ ਕਰਵਾਉਣਾ ਚਾਹੁੰਦਾ ਸੀ। ਮੈਂ ਆਪਣੀ ਪਸੰਦ ਦਾ ਵਿਆਹ ਕਰਵਾਉਣਾ ਚਾਹੁੰਦਾ ਸੀ, ਕਿਉਂਕਿ ਮੈਨੂੰ ਪਤਾ ਸੀ ਕਿ ਪਾਪਾ ਦੀ ਪਸੰਦ ਦਾ ਵਿਆਹ ਕਰਨ ਨਾਲ ਮੈਨੂੰ ਉਹਨਾਂ ਦੇ ਹਿਸਾਬ ਨਾਲ ਹੀ ਰਹਿਣਾ ਪਵੇਗਾ। ਇਸ ਲਈ ਮੈਂ ਸੋਚ ਲਿਆ ਸੀ ਕਿ ਜਦ ਵੀ ਵਿਆਹ ਕਰਵਾਵਾਂਗਾ ਆਪਣੀ ਪਸੰਦ ਦਾ ਹੀ ਕਰਾਂਗਾ। ਪਰ ਪਾਪਾ ਨੇ ਜ਼ਬਰਦਸਤੀ ਮੇਰਾ ਵਿਆਹ ਤੇਰੇ ਨਾਲ ਕਰਾ ਦਿੱਤਾ। ਵਿਆਹ ਤੋਂ ਕੁਝ ਮਹੀਨੇ ਪਹਿਲਾਂ ਮੈਂ ਦੁਬਈ ਵਿੱਚ ਨੌਕਰੀ ਲਈ ਅਪਲਾਈ ਕੀਤਾ ਸੀ, ਕਿਉਂਕਿ ਮੈਂ ਇੱਥੇ ਨਹੀਂ ਰਹਿਣਾ ਚਾਹੁੰਦਾ ਸੀ। ਮੈਂ ਕਈ ਕੰਪਨੀਆਂ ਵਿੱਚ ਅਪਲਾਈ ਕੀਤਾ ਸੀ। ਖੁਸ਼ਕਿਸਮਤੀ ਨਾਲ ਮੈਨੂੰ ਇੱਕ ਕੰਪਨੀ ਵਿੱਚੋਂ ਜੌਬ ਲੈਟਰ ਆ ਗਿਆ ਸੀ। 2 ਮਹੀਨੇ ਬਾਅਦ ਜੁਆਇਨਿੰਗ ਸੀ, ਪਰ ਮੈਂ ਤੈਨੂੰ ਆਪਣੇ ਨਾਲ ਨਹੀਂ ਲੈ ਕੇ ਜਾਣਾ ਚਾਹੁੰਦਾ ਸੀ। ਇਸ ਲਈ ਜਾਣ ਤੋਂ ਇੱਕ ਦਿਨ ਪਹਿਲਾਂ ਮੈਂ ਝੂਠੇ ਸੁਪਨੇ ਦੀ ਗੱਲ ਸਾਰਿਆਂ ਨੂੰ ਸੁਣਾਈ ਸੀ, ਕਿਉਂਕਿ ਮੈਨੂੰ ਪਤਾ ਸੀ ਕਿ ਪਾਪਾ ਇਹਨਾਂ ਸਭ ਗੱਲਾਂ 'ਤੇ ਯਕੀਨ ਕਰਦੇ ਹਨ। ਇਹ ਸਭ ਗੱਲਾਂ ਸੁਣ ਕੇ ਪਾਪਾ ਤੈਨੂੰ ਮੇਰੇ ਨਾਲ ਨਹੀਂ ਜਾਣ ਦੇਣਗੇ। ਫਿਰ ਜਿਵੇਂ ਮੈਂ ਸੋਚਿਆ ਸੀ ਉਵੇਂ ਹੀ ਹੋਇਆ। ਪਾਪਾ ਨੇ ਤੈਨੂੰ ਮੇਰੇ ਨਾਲ ਜਾਣ ਤੋਂ ਰੋਕ ਲਿਆ ਤੇ ਮੈਂ ਦੁਬਈ ਚਲਾ ਗਿਆ। ਪਰ ਮੈਂ ਦੁਬਈ ਇਕੱਲਾ ਨਹੀਂ ਗਿਆ ਸੀ। ਕੁਝ ਸਾਲ ਪਹਿਲਾਂ ਮੇਰੇ ਕਾਲਜ ਵਿੱਚ ਹੀ ਮੈਨੂੰ ਇੱਕ ਕੁੜੀ ਪਸੰਦ ਆਈ ਸੀ ਤੇ ਮੈਂ ਉਸ ਨਾਲ ਵਿਆਹ ਕਰਵਾਉਣਾ ਚਾਹੁੰਦਾ ਸੀ। ਮੈਨੂੰ ਪਤਾ ਸੀ ਕਿ ਮੇਰੇ ਘਰ ਵਾਲੇ ਇਸ ਵਿਆਹ ਲਈ ਨਹੀਂ ਮੰਨਣਗੇ, ਇਸ ਲਈ ਮੈਂ ਅਨੀਤਾ ਨਾਲ ਚੋਰੀ ਛੁਪੇ ਵਿਆਹ ਕਰਵਾ ਲਿਆ ਸੀ। ਮੈਂ ਦੁਬਈ ਜਾਣ ਲਈ ਆਪਣੇ ਨਾਲ ਅਨੀਤਾ ਦੇ ਵੀ ਕਾਗਜ਼ਾਤ ਤਿਆਰ ਕਰ ਲਏ ਸਨ ਤੇ ਉਹਨੂੰ ਆਪਣੇ ਨਾਲ ਹੀ ਦੁਬਈ ਲੈ ਗਿਆ ਤੇ ਅਸੀਂ ਆਪਣੀ ਜ਼ਿੰਦਗੀ ਵਿੱਚ ਬਹੁਤ ਖੁਸ਼ ਸੀ। ਜਿਵੇਂ ਮੈਂ ਸੋਚਿਆ ਸੀ ਮੇਰੀ ਜ਼ਿੰਦਗੀ ਉਵੇਂ ਹੀ ਗੁਜ਼ਰ ਰਹੀ ਸੀ। ਕੁਝ ਦਿਨਾਂ ਬਾਅਦ ਮੈਨੂੰ ਪਤਾ ਚੱਲਿਆ ਕਿ ਤੂੰ ਮਾਂ ਬਣਨ ਵਾਲੀ ਹੈ। ਤੇਰੇ ਮਾਂ ਬਣਨ ਦੀ ਮੈਨੂੰ ਬਿਲਕੁਲ ਵੀ ਖੁਸ਼ੀ ਨਹੀਂ ਸੀ, ਪਰ ਕੁਝ ਦਿਨਾਂ ਬਾਅਦ ਮੈਨੂੰ ਪਤਾ ਚੱਲਿਆ ਕਿ ਅਨੀਤਾ ਵੀ ਪ੍ਰੈਗਨੈਂਟ ਹੈ। ਅਨੀਤਾ ਦੀ ਪ੍ਰੈਗਨੈਂਸੀ ਦੀ ਖਬਰ ਸੁਣ ਕੇ ਮੈਨੂੰ ਬਹੁਤ ਖੁਸ਼ੀ ਹੋਈ, ਪਰ ਇਹ ਖੁਸ਼ੀ ਕੁਝ ਚਿਰ ਲਈ ਹੀ ਸੀ। ਪ੍ਰੈਗਨੈਂਸੀ ਦੇ ਕੁਝ ਦਿਨਾਂ ਬਾਅਦ ਹੀ ਅਨੀਤਾ ਪੌੜੀਆਂ ਤੋਂ ਤਿਸਲ ਕੇ ਡਿੱਗ ਪਈ ਤੇ ਉਸ ਦਾ ਮਿਸਕੈਰੇਜ ਹੋ ਗਿਆ। ਮਿਸਕੈਰੇਜ ਹੋਣ ਦੇ ਨਾਲ ਡਾਕਟਰ ਨੇ ਇਹ ਵੀ ਦੱਸਿਆ ਕਿ ਅਨੀਤਾ ਹੁਣ ਕਦੇ ਮਾਂ ਨਹੀਂ ਬਣ ਸਕਦੀ। ਡਾਕਟਰ ਦੇ ਮੂੰਹ ਤੋਂ ਇਹ ਗੱਲ ਸੁਣ ਕੇ ਸਾਡੇ ਦੋਨਾਂ ਤੇ ਜਿਵੇਂ ਅਸਮਾਨ ਹੀ ਟੁੱਟ ਪਿਆ ਹੋਵੇ। ਅਨੀਤਾ ਹਰ ਵਕਤ ਰੋਂਦੀ ਰਹਿੰਦੀ। ਨਾ ਤਾਂ ਉਸ ਨੂੰ ਖਾਣ ਦੀ ਸੁੱਧ ਸੀ ਤੇ ਨਾ ਹੀ ਉਹ ਆਪਣੀ ਸਿਹਤ ਦਾ ਖਿਆਲ ਰੱਖਦੀ ਸੀ। ਉਸ ਦੀ ਸਿਹਤ ਵਿਗੜਦੀ ਜਾ ਰਹੀ ਸੀ। ਉਸ ਦੀ ਸਿਹਤ ਨੂੰ ਦੇਖਦੇ ਹੋਏ ਮੈਂ ਉਸ ਨਾਲ ਇੱਕ ਵਾਅਦਾ ਕੀਤਾ ਕਿ ਮੈਂ ਤੈਨੂੰ ਆਪਣੀ ਪਹਿਲੀ ਘਰਵਾਲੀ ਦਾ ਬੱਚਾ ਦੇ ਦੇਵਾਂਗਾ। ਮੇਰੇ ਮੂੰਹ ਤੋਂ ਇਹ ਗੱਲ ਸੁਣ ਕੇ ਉਸ ਦੀ ਹਾਲਤ ਵਿੱਚ ਸੁਧਾਰ ਹੋਣ ਲੱਗਿਆ। ਜਦ ਤੇਰਾ 9ਵਾਂ ਮਹੀਨਾ ਸ਼ੁਰੂ ਹੋਇਆ ਤਾਂ ਅਸੀਂ ਇੱਕ ਪਲਾਨ ਦੇ ਮੁਤਾਬਕ ਇੰਡੀਆ ਆ ਗਏ। ਮੈਂ ਤੇਰੀ ਹਰ ਖਬਰ ਰੱਖਦਾ ਸੀ। ਕਦ ਤੂੰ ਹਸਪੀਟਲ ਗਈ, ਕਦ ਤੂੰ ਬੱਚੇ ਨੂੰ ਜਨਮ ਦਿੱਤਾ ਤੇ ਕਦ ਘਰ ਵਾਪਸ ਆਈ। ਬੱਚਾ ਹੋਣ ਤੋਂ ਬਾਅਦ ਜਦ ਤੂੰ ਹਸਪੀਟਲ ਤੋਂ ਘਰ ਆਈ ਤਾਂ ਮੈਂ ਇੱਕ ਆਦਮੀ ਨੂੰ ਕਾਫੀ ਪੈਸੇ ਦੇ ਕੇ ਆਪਣੇ ਘਰ ਭੇਜਿਆ, ਕਿਉਂਕਿ ਮੈਂ ਤਾਂ ਜਾਣਦਾ ਹੀ ਸੀ ਕਿ ਪਾਪਾ ਇਹਨਾਂ ਗੱਲਾਂ 'ਤੇ ਬਹੁਤ ਯਕੀਨ ਰੱਖਦੇ ਹਨ। ਤੇ ਫਿਰ ਉਹ ਆਦਮੀ ਬਾਬੇ ਦੇ ਭੇਸ ਵਿੱਚ ਭਿਖਾਰੀ ਬਣ ਕੇ ਸਾਡੇ ਘਰ ਆਇਆ। ਮੈਂ ਉਸ ਨੂੰ ਸਭ ਕੁਝ ਸਮਝਾ ਦਿੱਤਾ ਸੀ। ਫਿਰ ਉਵੇਂ ਹੀ ਹੋਇਆ ਜਿਵੇਂ ਅਸੀਂ ਸੋਚਿਆ ਸੀ। ਉਹ ਬੱਚੀ ਨੂੰ ਲੈ ਕੇ ਸਾਡੇ ਕੋਲ ਆ ਗਿਆ। ਫਿਰ ਮੈਂ ਉਸ ਤੋਂ ਬੱਚੀ ਨੂੰ ਲੈ ਕੇ ਅਨੀਤਾ ਦੀ ਗੋਦ ਵਿੱਚ ਦੇ ਦਿੱਤਾ। ਅਨੀਤਾ ਬੱਚੀ ਨੂੰ ਪਾ ਕੇ ਬਹੁਤ ਖੁਸ਼ ਹੋਈ। ਉਸ ਤੋਂ ਬਾਅਦ ਅਸੀਂ ਫਿਰ ਦੁਬਈ ਵਾਪਸ ਚਲੇ ਗਏ। ਅਸੀਂ ਆਪਣੀ ਬੇਟੀ ਨੂੰ ਬਹੁਤ ਹੀ ਪਿਆਰ ਨਾਲ ਪਾਲਿਆ ਪੋਸਿਆ। ਜਦ ਸਾਡੀ ਬੇਟੀ 20 ਸਾਲ ਦੀ ਹੋ ਗਈ ਤਾਂ ਇਸ ਨੂੰ ਦੁਬਈ ਵਿੱਚ ਇੱਕ ਮੁੰਡੇ ਨਾਲ ਪਿਆਰ ਹੋ ਗਿਆ। ਮੁੰਡਾ ਇੰਡੀਆ ਦਾ ਹੀ ਸੀ ਤੇ ਉਹ ਦੁਬਈ ਵਿੱਚ ਰਹਿੰਦਾ ਸੀ। ਸਾਨੂੰ ਇਹ ਰਿਸ਼ਤਾ ਬਹੁਤ ਵਧੀਆ ਲੱਗਿਆ, ਪਰ ਮੁੰਡੇ ਦੇ ਘਰ ਵਾਲੇ ਇਹ ਵਿਆਹ ਇੰਡੀਆ ਵਿੱਚ ਹੀ ਕਰਵਾਉਣਾ ਚਾਹੁੰਦੇ ਸਨ। ਇਸੇ ਲਈ ਅਸੀਂ ਸਾਰੇ ਇੰਡੀਆ ਆ ਗਏ। ਵਿਆਹ ਅੱਜ ਹੀ ਸੀ ਤੇ ਅਚਾਨਕ ਅਨੀਤਾ ਦੇ ਦਿਲ ਵਿੱਚ ਦਰਦ ਹੋਣ ਲੱਗਿਆ।
ਅਸੀਂ ਉਸ ਨੂੰ ਹਸਪੀਟਲ ਲੈ ਕੇ ਗਏ। ਡਾਕਟਰ ਨੇ ਕਿਹਾ ਕਿ ਉਸ ਨੂੰ ਦਿਲ ਦਾ ਦੌਰਾ ਪਿਆ ਹੈ ਤੇ ਉਸ ਕੋਲ ਵਕਤ ਬਹੁਤ ਘੱਟ ਹੈ। ਅਨੀਤਾ ਨਾਲ ਇਹ ਸਭ ਹੋਣ ਤੋਂ ਬਾਅਦ ਸ਼ਾਇਦ ਉਸ ਨੂੰ ਆਪਣੇ ਕੀਤੇ 'ਤੇ ਪਛਤਾਵਾ ਹੋਣ ਲੱਗਿਆ ਕਿ ਉਸ ਨੇ ਇੱਕ ਮਾਂ ਤੋਂ ਉਸ ਦੀ ਬੇਟੀ ਖੋਈ ਹੈ ਤੇ ਇਸੇ ਦੀ ਹੀ ਸਜ਼ਾ ਉਸ ਨੂੰ ਮਿਲੀ ਹੈ। ਇਸ ਲਈ ਉਸਨੇ ਆਪਣੀ ਬੇਟੀ ਨੂੰ ਸਾਰੀ ਹਕੀਕਤ ਦੱਸ ਦਿੱਤੀ ਕਿ ਤੂੰ ਮੇਰੀ ਬੇਟੀ ਨਹੀਂ, ਸਗੋਂ ਤੂੰ ਮੇਰੀ ਸੌਤਣ ਦੀ ਬੇਟੀ ਆ। ਅਨੀਤਾ ਦੇ ਮੂੰਹ ਤੋਂ ਸੱਚਾਈ ਜਾਣ ਕੇ ਰਜਨੀ ਬੇਟੀ ਬਹੁਤ ਗੁੱਸੇ ਹੋਈ ਤੇ ਕਹਿਣ ਲੱਗੀ ਕਿ ਜਦ ਤੱਕ ਮੈਂ ਆਪਣੀ ਮਾਂ ਨੂੰ ਨਹੀਂ ਮਿਲ ਲੈਂਦੀ ਉਦੋਂ ਤੱਕ ਵਿਆਹ ਨਹੀਂ ਕਰਵਾਵਾਂਗੀ। ਇਸੇ ਲਈ ਇਹ ਦੁਲਹਨ ਦੇ ਜੋੜੇ ਵਿੱਚ ਤੈਨੂੰ ਮਿਲਣ ਤੇਰੇ ਕੋਲ ਆਈ ਹੈ। ਰਜਨੀ ਨੂੰ ਦੁਲਹਨ ਦੇ ਜੋੜੇ ਵਿੱਚ ਦੇਖ ਕੇ ਤੂੰ ਗਲਤ ਅੰਦਾਜ਼ਾ ਲਗਾ ਲਿਆ ਤੇ ਬੇਹੋਸ਼ ਹੋ ਗਈ। ਇਹ ਸੁਣ ਕੇ ਮੈਂ ਆਪਣੀ ਬੇਟੀ ਕੋਲ ਗਈ ਤੇ ਉਸ ਨੂੰ ਗਲੇ ਲਗਾ ਕੇ ਫੁੱਟ-ਫੁੱਟ ਕੇ ਰੋਣ ਲੱਗੀ। ਅਸੀਂ ਦੋਵੇਂ ਮਾਵਾਂ ਧੀਆਂ ਕਾਫੀ ਦੇਰ ਤੱਕ ਗਲੇ ਲੱਗ ਕੇ ਰੋਈਆਂ। ਮੇਰੀ ਬੇਟੀ ਨੇ ਆਪਣੇ ਵਿਆਹ ਦੀ ਤਾਰੀਖ ਅੱਗੇ ਕਰ ਦਿੱਤੀ ਸੀ ਤੇ ਮੈਂ ਤੇ ਮੇਰੀ ਬੇਟੀ ਨੇ ਬਹੁਤ ਸਾਰੀਆਂ ਗੱਲਾਂ ਕੀਤੀਆਂ। ਮੈਂ ਆਪਣੀ ਬੇਟੀ ਨੂੰ ਆਪਣੀ ਜ਼ਿੰਦਗੀ ਦਾ ਸਾਰਾ ਸੱਚ ਦੱਸ ਦਿੱਤਾ ਕਿ ਮੇਰੇ ਨਾਲ ਕੀ ਹੋਇਆ, ਕਿਵੇਂ ਤੇਰੇ ਪਾਪਾ ਨੇ ਤੈਨੂੰ ਮੇਰੇ ਤੋਂ ਖੋਇਆ। ਮੇਰੀ ਦੁੱਖ ਭਰੀ ਕਹਾਣੀ ਸੁਣ ਕੇ ਮੇਰੀ ਬੇਟੀ ਦੇ ਤਾਂ ਹੋਸ਼ ਉੱਡ ਗਏ ਕਿ ਕਿਵੇਂ ਮੈਂ ਆਪਣੀ ਬੇਟੀ ਤੇ ਆਪਣੇ ਪਤੀ ਦੀਆਂ ਯਾਦਾਂ ਵਿੱਚ ਸਾਰਾ ਜੀਵਨ ਗੁਜ਼ਾਰ ਦਿੱਤਾ। ਮੇਰੀ ਆਪ ਬੀਤੀ ਸੁਣਨ ਤੋਂ ਬਾਅਦ ਰਜਨੀ ਤੁਰੰਤ ਰਾਜੀਵ ਕੋਲ ਗਈ ਤੇ ਕਹਿਣ ਲੱਗੀ ਕਿ ਮੈਂ ਤੇ ਮੇਰੀ ਮਾਂ ਇੱਕ ਪਲ ਵੀ ਤੁਹਾਡੇ ਨਾਲ ਨਹੀਂ ਰਹਿ ਸਕਦੇ। ਮੇਰੀ ਮਾਂ ਅਜਿਹੇ ਸ਼ਖਸ ਨਾਲ ਨਹੀਂ ਰਹਿ ਸਕਦੀ ਜਿਹੜਾ ਵਿਆਹ ਕਰਾ ਕੇ ਆਪਣੀ ਪਤਨੀ ਨੂੰ ਤੜਫਣ ਲਈ ਛੱਡ ਜਾਵੇ। ਤੇ ਰਹੀ ਅਨੀਤਾ ਮਾਂ ਦੀ ਗੱਲ, ਉਹਨਾਂ ਨੇ ਮੇਰਾ ਬਹੁਤ ਖਿਆਲ ਰੱਖਿਆ ਤੇ ਹੁਣ ਤੱਕ ਮੈਂ ਉਹਨਾਂ ਨੂੰ ਆਪਣੀ ਮਾਂ ਸਮਝਦੀ ਰਹੀ ਹਾਂ। ਪਰ ਉਹਨਾਂ ਦਾ ਇਹ ਆਖਰੀ ਵਕਤ ਚੱਲ ਰਿਹਾ ਹੈ। ਰੱਬ ਨੇ ਉਹਨਾਂ ਨੂੰ ਉਹਨਾਂ ਦੇ ਕੀਤੇ ਦੀ ਸਜ਼ਾ ਦੇ ਦਿੱਤੀ ਹੈ। ਇਸ ਵਕਤ ਮੈਂ ਉਹਨਾਂ ਨੂੰ ਕੁਝ ਵੀ ਕਹਿ ਕੇ ਉਹਨਾਂ ਦਾ ਦਿਲ ਨਹੀਂ ਦੁਖਾਉਣਾ ਚਾਹੁੰਦੀ। ਇਹ ਸਭ ਸੁਣ ਕੇ ਰਾਜੀਵ ਮੇਰੇ ਤੇ ਮੇਰੀ ਬੇਟੀ ਦੇ ਪੈਰਾਂ ਤੇ ਡਿੱਗ ਕੇ ਰੋਣ ਲੱਗਿਆ ਕਿ ਮੈਂ ਕਿੱਥੇ ਜਾਵਾਂਗਾ। ਰਜਨੀ ਨੇ ਕਿਹਾ ਕਿ 20 ਸਾਲ ਪਹਿਲਾਂ ਤੁਸੀਂ ਸੋਚਿਆ ਸੀ ਕਿ ਮੇਰੀ ਮਾਂ ਕਿੱਥੇ ਜਾਵੇਗੀ? ਤੁਸੀਂ ਜਿੱਥੇ ਜਾਣਾ ਹੈ ਜਾਓ। ਮੈਂ ਤੇ ਮੇਰੀ ਮਾਂ ਤੁਹਾਡੇ ਨਾਲ ਨਹੀਂ ਰਹਿ ਸਕਦੇ। ਹੁਣ ਮੈਂ ਆਪਣੀ ਬੇਟੀ ਦੇ ਨਾਲ ਰਹਿੰਦੀ ਹਾਂ ਤੇ ਬਹੁਤ ਖੁਸ਼ ਹਾਂ। ਇਸੇ ਲਈ ਕਹਿੰਦੇ ਆ ਕਿ ਬੁਰਾ ਕਰਨ ਵਾਲੇ ਨਾਲ ਅੱਜ ਨਹੀਂ ਤਾਂ ਕੱਲ੍ਹ ਜ਼ਰੂਰ ਬੁਰਾ ਹੁੰਦਾ ਹੈ, ਕਿਉਂਕਿ ਭਗਵਾਨ ਦੀ ਲਾਠੀ ਵਿੱਚ ਆਵਾਜ਼ ਤਾਂ ਨਹੀਂ ਹੁੰਦੀ ਪਰ ਦਰਦ ਬਹੁਤ ਹੁੰਦਾ ਹੈ। ਅਨੀਤਾ ਅਤੇ ਰਾਜੀਵ ਨੇ ਮੇਰੇ ਨਾਲ ਜੋ ਕੁਝ ਕੀਤਾ ਉਹਨਾਂ ਨੂੰ ਉਹਨਾਂ ਦੇ ਕੀਤੇ ਦੀ ਸਜ਼ਾ ਮਿਲ ਗਈ। ਅਨੀਤਾ ਤਾਂ ਇਸ ਦੁਨੀਆ ਤੋਂ ਚਲੇ ਗਈ ਤੇ ਰਾਜੀਵ ਪੂਰਾ ਭਰਿਆ ਪਰਿਵਾਰ ਹੁੰਦੇ ਹੋਏ ਵੀ ਇਕੱਲਾ ਰਹਿ ਗਿਆ। ਤਾਂ ਦੋਸਤੋ, ਇਹ ਸੀ ਅੱਜ ਦੀ ਕਹਾਣੀ। ਜੇ ਕਹਾਣੀ ਤੁਹਾਨੂੰ ਵਧੀਆ ਲੱਗੀ ਤਾਂ ਲਾਈਕ, ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰ ਦਿਓ ਜੀ। ਧੰਨਵਾਦ ਜੀ।